ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਅਸੀਂ ਡਾਕਟਰ ਮੁਨੱਵਰ ਸਾਬਰ ਸਾਹਿਬ ਦੇ ਕੋਲ ਬੈਠੇ ਹਾਂ ਅਤੇ ਸਿਹਤ ਦੇ ਹਵਾਲੇ ਨਾਲ ਕੋਈ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਕਿ ਬੰਦਾ ਆਪਣੇ ਆਪ ਨੂੰ ਕਿਸ ਤਰ੍ਹਾਂ ਸਿਹਤਮੰਦ ਰੱਖ ਸਕਦਾ। ਐਕਸਰਸਾਈਜ਼ ਕਰਨ ਲਈ, ਵਰਜ਼ਿਸ਼ ਕਰਨ ਲਈ, ਕਸਰਤ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਉਹ ਸਿਹਤ ਲਈ ਕਿੰਨੀ ਜ਼ਿਆਦਾ ਮੁਫੀਦ ਹੋ ਸਕਦੀ ਆ ਅਤੇ ਕਿਆ ਜਿਹੜਾ ਸਾਨੂੰ ਡਾਕਟਰ ਦੱਸਦੇ ਆ ਉਹ ਦਰੁਸਤ ਦੱਸਦੇ ਆ ਜਾਂ ਕੋਈ ਹੋਰ ਕੋਈ ਤਰੀਕਾਕਾਰ ਹੈ ਆਪਣੇ ਆਪ ਨੂੰ ਸਿਹਤਮੰਦ ਰੱਖਣ ਦਾ। ਡਾਕਟਰ ਮੁਨੱਵਰ ਸਾਬਰ ਸਾਹਿਬ ਨੇ ਆਪਣਾ ਇਲਾਜ ਵੀ ਕੀਤਾ। ਡਾਕਟਰ ਨੇ ਇਹਨਾਂ ਨੂੰ ਬਿਲਕੁਲ ਨਾਕਾਬਿਲ ਇਲਾਜ ਕਰਾਰ ਦੇ ਦਿੱਤਾ ਸੀ। ਇਹ ਸਾਰਾ ਕੁਝ ਵੀ ਇਹਨਾਂ ਕੋਲ ਅਸੀਂ ਪੁੱਛਦੇ ਹਾਂ ਤਾਂ ਯੂਨੀਵਰਸਿਟੀ 'ਚ ਮਾਸ਼ਾਅੱਲਾ 21ਵੇਂ ਗ੍ਰੇਡ ਦੇ ਅਫਸਰ ਨੇ। ਇਹਨਾਂ ਨੂੰ ਇਹ ਇਜਾਜ਼ਤ ਵੀ ਹਾਸਲ ਹੈ ਕਿ ਇਹਨਾਂ ਨੇ ਪਾਕਿਸਤਾਨ 'ਚ ਪਹਿਲੇ ਡਾਕਟਰ ਨੇ, ਇਹ ਪਹਿਲੇ ਬੰਦੇ ਨੇ, ਇਹ ਪਹਿਲੇ ਮਾਹਿਰ ਨੇ, ਇਹ ਜਿਨ੍ਹਾਂ ਨੇ ਬਾਰਿਸ਼ ਵੀ, ਮਸਨੂਈ ਬਾਰਿਸ਼ ਵੀ ਕੀਤੀ। ਜੀ ਡਾਕਟਰ ਸਾਹਿਬ ਜੀ ਸਰ ਜੀ, ਤੁਸੀਂ ਮੇਰੇ ਉਸਤਾਦਾਂ ਦੀ ਜਗ੍ਹਾ ਹੋ। ਗੱਲ ਸਿਰਫ ਇੰਨੀ ਜੀ ਹੈ ਕਿ ਹਲੇ ਤੱਕ ਤਰੀਕਾ ਇਲਾਜ ਹੋਵੇ, ਖਾਣਾ ਖਾਣ ਦਾ ਤਰੀਕਾ ਹੋਵੇ। ਮਸਲਨ ਬੈੱਡ ਟੀ ਜਿਹਨੂੰ ਅਸੀਂ ਕਹਿੰਦੇ ਹਾਂ, ਸਵੇਰੇ ਸਵੇਰੇ ਨਿਆਰ ਨੂੰ ਗੋਰਾ ਚਾਹ ਪੀਂਦਾ ਹੈ ਅਤੇ ਇਹ ਸਾਡੇ ਵੀ ਰਿਵਾਜ ਹੈ ਅਮੀਰ ਆਦਮੀ। ਇਹ ਦਰਅਸਲ ਐਸੀਆਂ ਚੀਜ਼ਾਂ ਨੇ ਕਿ ਜਿਨ੍ਹਾਂ ਨੂੰ ਬਜ਼ਾਹਿਰ ਬੜਾ ਸੀ ਸਾਦਾ ਸਮਝਦੇ ਹਾਂ, ਲੇਕਿਨ ਇਹ ਬਹੁਤ ਜ਼ਿਆਦਾ ਅਹਿਮ ਨੇ। ਦੁਨੀਆ ਵਿੱਚ ਹੋਇਆ ਕੀ ਹੈ? ਦੁਨੀਆ ਵਿੱਚ ਹੋਇਆ ਇਹ ਆ ਕਿ ਜਦੋਂ 1975 ਦਾ ਸਾਲ ਸੀ ਨਾ, ਉਸ ਟਾਈਮ ਜਿੰਨੀ ਆਬਾਦੀ ਮੈਂ ਦੱਸ ਦਿੰਦਾ ਉਹ 4 ਅਰਬ ਆਬਾਦੀ ਸੀ। ਕੁਦਰਤ ਯਾਨੀ ਤੁਸੀਂ ਨਾ ਖਾਦ ਪਾਓ, ਨਾ ਬਰੈਲਰ ਖਾਓ, ਨਾ ਹੋਰ ਦੂਜੀਆਂ ਚੀਜ਼ਾਂ ਖਾਓ, ਅਤੇ ਅਗਰ ਕੁਦਰਤ ਦੇ ਸਾਰੇ ਜ਼ਿੰਦਾ ਰਹੋਗੇ ਨਾ ਤੇ ਉਹ 4 ਅਰਬ ਨੂੰ ਇਹ ਜ਼ਮੀਨ ਖੁਰਾਕ, ਹਵਾ, ਪਾਣੀ ਸਾਫ਼ ਸੁਥਰਾ ਮੁਹੱਈਆ ਕਰ ਸਕਦੀ। ਇੱਕ ਇਸਟੈਬਲਿਸ਼ਡ ਗੱਲ ਹੈ। ਅੱਛਾ, ਇਹਦੇ 'ਚ ਦੂਜੀ ਰਾਏ ਨਹੀਂ ਹੈਗੀ। ਇਹ ਆਲਮੀ ਅਦਾਰੇ ਨੇ, ਇਹਨੂੰ ਓਵਰ ਸ਼ੂਟਿੰਗ ਡੇ ਕਹਿੰਦੇ ਨੇ। ਓਵਰ ਸ਼ੂਟਿੰਗ ਤੁਸੀਂ ਸਮਝ ਲਓ ਸ਼ਿਕਾਰ ਕਰਨਾ, ਮੱਛੀਆਂ ਫੜਨਾ। ਜਿੱਦਾਂ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਅਸੀਂ ਕਹਿੰਦੇ ਹਾਂ ਕਿ ਯਾਰ ਮੰਗਲ ਬੁੱਧ ਦਾ ਗੋਸ਼ਤ ਦਾ ਨਾਗਾ ਪਾਓ। ਇਹ ਕਿਉਂ ਪਾਇਆ ਗਿਆ? ਤਾਂ ਕਿਉਂਕਿ ਗੋਸ਼ਤ ਦੀ ਮਿਕਦਾਰ ਜਾਨਵਰਾਂ ਦੀ ਘਟਦੀ ਜਾ ਰਹੀ ਸੀ। ਇਸੇ ਤਰ੍ਹਾਂ ਦੀਗਰ ਚੀਜ਼ਾਂ ਦੇ ਵਿੱਚ ਵੀ, ਮਸਲਨ ਪਹਿਲੇ ਸਿਰਫ ਲੋਕ ਮੱਖਣ ਜਾਂ ਦੇਸੀ ਘਿਓ ਇਸਤੇਮਾਲ ਕਰਦੇ ਸੀ, ਫਿਰ ਉਹਦੀ ਜਗ੍ਹਾ ਡਾਲਡਾ ਆਇਆ, ਫਿਰ ਉਹਦੀ ਜਗ੍ਹਾ ਕੁਕਿੰਗ ਆਇਲ ਆਏ। ਇਹ ਚੀਜ਼ਾਂ ਆਈਆਂ। ਇਹ ਕਿੱਥੋਂ ਆਈਆਂ? ਇਹ ਉਦੋਂ ਆਈਆਂ ਜਦੋਂ ਆਬਾਦੀ 4 ਅਰਬ ਤੋਂ ਉੱਤੇ ਜਾਣਾ ਸ਼ੁਰੂ। ਹੁਣ ਇਸ ਟਾਈਮ ਦੁਨੀਆ ਦੀ ਆਬਾਦੀ 8 ਅਰਬ ਤੋਂ ਜ਼ਿਆਦਾ ਹੈ। ਬੁਨਿਆਦੀ ਮੁੱਦਾ ਇਹ ਵੇ ਕਿ ਜਿੰਨੀ ਆਬਾਦੀ ਨੂੰ ਜ਼ਮੀਨ ਖੁਰਾਕ ਮੁਹੱਈਆ ਕਰ ਸਕਦੀ ਆ, ਉਹਦੇ 'ਚ ਗੋਸ਼ਤ ਵੀ ਆ, ਉਹਦੇ 'ਚ ਦੁੱਧ ਵੀ ਆ, ਉਹਦੇ 'ਚ ਦਾਲ ਵੀ ਆ, ਉਹਦੇ 'ਚ ਸਬਜ਼ੀ ਵੀ ਆ, ਉਹ 4 ਅਰਬ ਹੀ ਹੈ। ਹੁਣ ਜਿਹੜਾ ਬਾਕੀ 4 ਅਰਬ ਨੂੰ ਖੁਰਾਕ ਦੇਣੀ ਸੀ ਨਾ, ਉਹ ਦੁਨੀਆ ਨੇ ਬਣਾਇਆ ਵਪਾਰ, ਬੜਾ ਭੱਦਾ ਔਰ ਬੜਾ ਗੰਦਾ ਵਪਾਰ, ਜਿਹਨੂੰ ਫਿਰ ਅਸੀਂ ਮਲਟੀਨੈਸ਼ਨਲ ਕੰਪਨੀਆਂ ਕਹਿੰਦੇ ਹਾਂ। ਫਿਰ ਉਹਨੂੰ ਤੁਸੀਂ ਸਾਦਾ ਲਫ਼ਜ਼ਾਂ 'ਚ ਕਹਿ ਲਓ, ਫਿਰ ਇਸ ਤਰ੍ਹਾਂ ਦੀ ਖੁਰਾਕ ਬਣਾਈ ਗਈ ਕਿ ਜਿਹੜੀ ਤਕਰੀਬਨ ਨਾ ਬਰੈਲਰ ਖੁਰਾਕ ਸੀ, ਮਸਨੂਈ ਖੁਰਾਕ ਸੀ। ਮਸਨੂਈ ਖੁਰਾਕ, ਹੁਣ ਜਿੱਦਾਂ ਮੈਂ ਵਰਡ ਬੋਲ ਦਿੱਤਾ ਬਰੈਲਰ। ਹੁਣ ਤੁਸੀਂ ਅਗਰ ਕਿਸੇ ਨਾ ਝਟਕੇ ਜਿਹੇ ਬੰਦੇ ਨੂੰ, ਮਜ਼ਦੂਰ ਬੰਦੇ ਨੂੰ ਵੀ ਪੁੱਛੋਗੇ ਨਾ ਕਿ ਬਰੈਲਰ ਦੀ ਗਜ਼ਾ ਜਿਹੜੀ ਆ ਇਹ ਦੇਸੀ ਦੇ ਬਰਾਬਰ ਆਉਂਦੀ ਆ, ਤੇ ਉਹ ਤੁਹਾਡੇ ਉੱਤੇ ਹੱਸੇਗਾ। ਠੀਕ ਹੋ ਗਿਆ। ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਹੁਣ ਜਿਹੜੀ ਅਸੀਂ ਕਣਕ ਖਾਂਦੇ ਹਾਂ, ਚੌਲ ਖਾਂਦੇ ਹਾਂ, ਸਮਝਾਉਣ ਵਾਸਤੇ ਉਹ ਵੀ ਬਰੈਲਰ ਨੇ। ਉਹਨਾਂ ਦਾ ਜਿਹੜਾ ਬੀਜਿਆ ਜਾਂਦਾ ਹੈ ਨਾ, ਉਸ ਬੀਜ ਨੂੰ ਇੰਨੀ ਦਫਾ ਔਰ ਇੰਨਾ ਜ਼ਿਆਦਾ ਬਦਲਿਆ ਗਿਆ ਵਾ ਕਿ ਉਹ ਪੈਦਾਵਾਰ ਤਾਂ ਜ਼ਿਆਦਾ ਦਿੰਦਾ ਹੈ, ਲੇਕਿਨ ਉਹਦੇ 'ਚ ਗਜ਼ਾ ਨਹੀਂ ਹੁੰਦੀ। ਅੱਛਾ, ਹੁਣ ਤੁਸੀਂ ਕਹੋਗੇ ਇਹਦੇ 'ਚ ਉਹਨਾਂ ਨੂੰ ਕੀ ਫਾਇਦਾ? ਇਹਦੇ 'ਚ ਉਹਨਾਂ ਨੂੰ ਇਹ ਫਾਇਦਾ ਹੈ, ਮਲਟੀਨੈਸ਼ਨਲ ਕੰਪਨੀਆਂ ਨੂੰ, ਕਿ ਜਦੋਂ ਤੁਸੀਂ ਐਸੀ ਗਜ਼ਾ ਖਾਓਗੇ ਕਿ ਜਿਹੜੀ ਪੂਰੀ ਤੁਹਾਡੀ ਜਿਸਮ ਦੀ ਜ਼ਰੂਰੀਅਤ ਪੂਰੀ ਨਾ ਕਰ ਸਕਦੀ ਹੋਵੇ, ਅਤੇ ਫਿਰ ਤੁਹਾਨੂੰ ਕੋਈ ਨਾ ਕੋਈ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਤੁਸੀਂ ਯੰਗ ਏਜ ਤੋਂ ਸ਼ੁਰੂ ਹੋ ਜਾਓਗੇ। ਉਹ ਸ਼ੂਗਰ ਹੈ, ਉਹ ਬਲੱਡ ਪ੍ਰੈਸ਼ਰ ਹੈ, ਉਹ ਐਸਿਡਿਟੀ ਹੈ, ਉਹ ਬਦਹਜ਼ਮੀ ਹੈ, ਉਹ ਵਜ਼ਨ ਦਾ ਜ਼ਿਆਦਾ ਹੋਣਾ ਹੈ, ਵਗੈਰਾ ਵਗੈਰਾ। ਇਹ 10 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਮੈਂ ਵਾਜ਼ੇ ਕਰ ਦਿਆਂ, ਟ੍ਰਿਲੀਅਨ 'ਚ 1000 ਅਰਬ ਹੁੰਦਾ ਜੀ। ਯਾਨੀ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦੀ ਤੀਜੀ ਵੱਡੀ ਮੁਈਸ਼ਤ ਇਹ ਮੈਡੀਸਨ ਦੀ ਜਿਹੜੀ ਆ ਉਹ ਮੁਈਸ਼ਤ ਹੈ, 10 ਟ੍ਰਿਲੀਅਨ ਡਾਲਰ। ਮਿਸਾਲ ਦੇ ਤੌਰ 'ਤੇ ਤੁਸੀਂ ਹੁਣੇ ਗੁਫ਼ਤਗੂ ਕਰਦਿਆਂ ਆਖਿਆ ਕਿ ਡਾਕਟਰਾਂ ਨੇ ਲਾ ਇਲਾਜ ਕਰਾਰ ਦਿੱਤਾ। ਡਾਕਟਰਾਂ ਨੂੰ ਉਹ ਚੀਜ਼ਾਂ ਪੜ੍ਹਾਈਆਂ ਹੀ ਨਹੀਂ ਜਾਂਦੀਆਂ। ਜਦੋਂ ਉਹਨਾਂ ਨੂੰ ਪੜ੍ਹਾਈ ਨਹੀਂ ਜਾਏਗੀ ਤਾਂ ਤੁਹਾਨੂੰ ਗਾਂ ਦੱਸਣਗੇ ਕਿੱਦਾਂ? ਤੁਸੀਂ ਆਏ ਜ਼ਰਾ, ਮੈਂ ਸਾਦਾ ਜਿਹਾ ਬੇਲਿਬਾਸਾ ਜਿਹਾ ਸ਼ਰਟ ਉਤਾਰੀ ਸੀ। ਇਹਦਾ ਮੇਰਾ ਮਕਸਦ ਇਹ ਸੀ ਕਿ 1 ਘੰਟਾ ਪਹਿਲੇ ਮੈਂ ਧੁੱਪ ਦੇ ਵਿੱਚ ਪੌਣਾ ਘੰਟਾ ਜ਼ਰੂਰ ਫਿਰਦਾ ਹਾਂ। ਅੱਛਾ, ਮਸਲਨ ਇਸ ਤੋਂ ਇਲਾਵਾ ਇੱਕ ਤੁਹਾਨੂੰ ਮੈਂ ਮਿਸਾਲ ਹੋਰ ਦੇ ਦਿਆਂ ਕਿ ਤੁਸੀਂ ਅਗਰ ਨੰਗੇ ਪੈਰ ਜ਼ਮੀਨ 'ਤੇ ਫਿਰੋ ਤਾਂ ਉਹਦਾ ਫਾਇਦਾ ਔਰ ਫਾਇਦਾ ਜ਼ਿਆਦਾ ਹੈ।
ਜ਼ਮੀਨ ਤੋਂ ਮਤਲਬ ਇਹ ਘਾਹ ਤੇ ਵੀ ਘਾਹ ਤੇ ਵੀ ਜਾਂ ਫਰਸ਼ ਤੇ? ਨਹੀਂ ਫਰਸ਼ ਤੇ ਨਹੀਂ, ਅੱਛਾ ਜੀ, ਜ਼ਮੀਨ ਦੇ ਨਾਲ ਤੁਹਾਡਾ ਰਾਬਤਾ ਹੋਣਾ ਚਾਹੀਦਾ। ਇਹਨੂੰ ਗਰਾਊਂਡਿੰਗ ਕਹਿੰਦੇ। ਠੀਕ ਹੈ। ਉਹ ਘਾਹ ਤੇ ਤੁਸੀਂ ਫਿਰੋਗੇ ਤੇ ਤੁਹਾਡੇ ਜਿਸਮ ਦੇ ਇਲੈਕਟ੍ਰੋਨ, ਜਿਹੜਾ ਜਿਸਮ 'ਚ ਕਹਿੰਦੇ ਨੇ ਬਿਜਲੀ ਹੁੰਦੀ ਆ, ਉਹ ਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ। ਅੱਛਾ, ਉਹਨੂੰ ਬੈਲੈਂਸ ਕਰਨ ਦਾ ਦੁਨੀਆ ਉੱਤੇ ਹੋਰ ਕੋਈ ਤਰੀਕਾ, ਕੋਈ ਖੁਰਾਕ, ਕੋਈ ਦਵਾਈ ਨਹੀਂ ਹੈਗੀ। ਜਦ ਕਿ ਤੁਸੀਂ ਵੀ ਡਾਕਟਰਾਂ ਕੋਲ ਆਏ ਗਏ ਹੋਵੋਗੇ, ਕਿਸੇ ਨੂੰ ਪੁੱਛੋ ਤੁਹਾਨੂੰ ਕੋਈ ਇਹ ਡਾਕਟਰ ਗੱਲ ਨਹੀਂ ਦੱਸੇਗਾ। ਇਹਨੂੰ ਸਰ ਜੀ ਕਿਹਾ ਜਾਂਦਾ ਹੈ ਇਲਾਜ ਬਿਲ ਵਜ੍ਹਾ। ਇਲਾਜ ਬਿਲ ਵਜ੍ਹਾ ਕਿ ਤੁਹਾਨੂੰ ਦਰਦ ਹੋ ਰਹੀ ਹੈ ਨਾ, ਸਿਰ ਦਰਦ, ਐਲੋਪੈਥੀ ਸਾਨੂੰ ਨਾ ਗੋਲੀ ਦੇ ਦਿੰਦੀ ਆ ਜਿਹਦੇ ਨਾਲ ਦਰਦ ਦੀ ਵਜ੍ਹਾ ਵੀ ਮੌਜੂਦ ਹੁੰਦੀ ਆ ਤੇ ਦਰਦ ਵੀ ਮੌਜੂਦ ਹੁੰਦਾ, ਲੇਕਿਨ ਸਾਨੂੰ ਅਹਿਸਾਸ ਜਾਂਦਾ ਰਹਿੰਦਾ। ਠੀਕ ਹੈ। ਜਦ ਕਿ ਅਸਲ ਤਰੀਕਾ ਇਲਾਜ, ਜਿਹਨੂੰ ਮਸ਼ਰਕੀ ਤਰੀਕਾ ਇਲਾਜ, ਚਾਈਨਾ ਸਟੱਡੀ, ਦੇਸੀ ਕਹਿੰਦੇ ਨੇ, ਹਿਕਮਤ ਕਹਿੰਦੇ ਨੇ, ਆਯੁਰਵੇਦ ਕਹਿੰਦੇ ਨੇ, ਯੂਨਾਨੀ ਤਰੀਕਾ ਕਹਿੰਦੇ ਨੇ, ਉਹ ਕਹਿੰਦੇ ਨੇ ਨਹੀਂ ਯਾਰ, ਉਹ ਵਜ੍ਹਾ ਖਤਮ ਕਰੋ, ਉਹ ਵਜ੍ਹਾ ਖਤਮ ਕਰੋ। ਵਜ੍ਹਾ ਖਤਮ ਕਰਨ ਦਾ ਇੱਕ ਹੀ ਤਰੀਕਾ ਹੁੰਦਾ ਕਿ ਤੁਹਾਡੇ ਜਿਸਮ ਦੀ ਕੁਵਤ ਮਦਾਫੀਅਤ ਜ਼ਿਆਦਾ ਹੋਣੀ ਚਾਹੀਦੀ ਹੈ। ਅਤੇ ਕੁਵਤ ਮਦਾਫੀਅਤ ਜਿਹੜੀ ਆ ਉਹ ਬਰੈਲਰ ਆਂਡੇ, ਬਰੈਲਰ ਕੁੱਕੜ, ਪੈਪਸੀ, ਕੋਕ ਜਾਂ ਕੋਈ ਵੀ ਚੀਜ਼ਾਂ ਪੀ ਕੇ ਨਹੀਂ ਆਉਂਦੀ, ਉਲਟਾ ਘੱਟ ਹੁੰਦੀ ਹੈ। ਅੱਛਾ, ਤੁਸੀਂ ਇਹ ਦੱਸਿਆ ਕਿ ਡਾਕਟਰ ਨੇ ਇਲਾਜ ਕਰਾਰ ਦੇ ਦਿੱਤਾ ਸੀ, ਫਿਰ ਤੁਸੀਂ ਆਪੇ ਇਲਾਜ ਕੀਤਾ ਤੇ ਮਾਸ਼ਾਅੱਲਾ ਬਿਲਕੁਲ ਸਿਹਤਮੰਦ ਹੋ ਗਏ ਤੁਸੀਂ। ਤੇ ਮਸਲਾ ਤੁਹਾਨੂੰ ਕੀ ਸੀ ਡਾਕਟਰ ਨੇ? ਮੇਰਾ ਜੀ ਨਾ ਫਜ਼ਲ ਸਾਹਿਬ, ਜਿਗਰ ਨੇ ਜਵਾਬ ਦੇ ਦਿੱਤਾ ਸੀ। ਅੱਛਾ, ਜਿਗਰ ਦੇ ਨਾਲ ਮੁੰਸਲਿਕ ਜਿਹੜੀਆਂ ਚੀਜ਼ਾਂ ਸੀ ਨਾ, ਟ੍ਰਾਈਸਿਗਲਰਾਈਡਸ, ਥੋੜ੍ਹਾ ਜਿਹਾ ਨਾਮ ਮੁਸ਼ਕਿਲ ਹੈ, ਕੋਲੈਸਟਰੋਲ, ਉਹ ਚੀਜ਼ਾਂ ਇੰਨੀਆਂ ਵੱਧ ਗਈਆਂ ਕਿ ਮਸਲਾ ਆਖਰ 'ਤੇ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਸੀ ਕਿ ਜੀ ਸਾਡੇ ਕੋਲ ਜੋ ਹੋ ਸਕਦਾ ਸੀ ਅਸੀਂ ਤੁਹਾਡੇ ਨਾਲ ਕੀਤਾ ਹੈ, ਅਤੇ ਹੋਰ ਕੋਈ ਸਾਡੇ ਕੋਲ ਐਗਜ਼ੈਕਟ ਸਾਫ਼ ਉਹਨੂੰ ਡਾਕਟਰ ਨੇ ਦੋਸਤਾਨਾ ਤਰੀਕੇ ਨਾਲ ਕਹਿ ਦਿੱਤਾ ਕਿ ਸਾਡੇ ਕੋਲ ਕੋਈ ਐਸੀ ਪ੍ਰੋਫੈਸਰ ਸਾਹਿਬ ਦਵਾਈ ਨਹੀਂ ਹੈਗੀ ਕਿ ਅਸੀਂ ਤੁਹਾਡਾ ਜਿਗਰ ਠੀਕ ਕਰ ਸਕੀਏ। ਅੱਛਾ। ਫਿਰ ਜਦੋਂ ਇਹਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ ਨਾ ਸਰ ਜੀ, ਤੇ ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਵੀ ਲੋਕ ਸੁਣ ਰਹੇ ਨੇ, ਲੋਕ ਕਹਿੰਦੇ ਨੇ ਜੀ ਅੱਛਾ ਕੀ ਕਰੀਏ, ਮੁਫਤ ਮਸ਼ਹੂਰ, ਇੱਕ ਤਾਂ ਚੀਨੀ ਨਾ ਖਾਓ, ਉਹਦੀ ਜਗ੍ਹਾ ਗੁੜ ਜਾਂ ਸ਼ੱਕਰ ਖਾਓ। ਅੱਛਾ ਜੀ। ਸਫੇਦ ਨਮਕ ਨਾ ਖਾਓ, ਸੇਂਦਾ ਨਮਕ ਜਾਂ ਜਿਹਨੂੰ ਪਹਾੜੀ ਨਮਕ ਕਹਿੰਦੇ ਨੇ ਉਹ ਖਾਣਾ ਸ਼ੁਰੂ ਕਰ ਦਿਓ। ਪਿੰਕ ਨਮਕ ਵੀ ਹੈ? ਪਿੰਕ ਸਾਲਟ ਵੀ ਹੈ, ਲੇਕਿਨ ਉਸ ਤੋਂ ਜ਼ਿਆਦਾ ਅੱਛਾ ਅਗਰ ਤੁਸੀਂ ਪਹਾੜੀ ਨਮਕ ਇਸਤੇਮਾਲ ਕਰੋ। ਅੱਛਾ। ਤੀਜੀ ਚੀਜ਼ ਬੜੀ ਕ੍ਰਿਟੀਕਲ ਹੈ। ਨਹੀਂ, ਇਹ ਪਹਾੜੀ ਨਮਕ ਕਿਹੜੀ ਹੁੰਦਾ? ਪਹਾੜੀ ਨਮਕ ਨਾ ਤੁਸੀਂ ਇਹ ਕਿਸੇ ਅੱਛੇ ਸਟੋਰ ਤੇ ਜਾਓਗੇ ਨਾ ਤਾਂ ਤੁਹਾਨੂੰ ਮਿਲ ਜਾਏਗਾ, ਥੋੜਾ ਜਿਹਾ ਬਰਾਊਨ ਕਲਰ ਦਾ ਹੋਏਗਾ, ਡਲੀਆਂ ਜਿਹੀਆਂ ਹੋਣਗੀਆਂ ਛੋਟੀਆਂ ਛੋਟੀਆਂ, ਤੇ ਉਹਨੂੰ ਪੀ ਲਓ। ਅੱਛਾ, ਪਿੰਕ ਵੀ ਤਾਂ ਉਹੀ ਹੈ? ਪਿੰਕ ਨਹੀਂ, ਪਿੰਕ ਹੋਰ ਹੁੰਦਾ। ਅੱਛਾ, ਪਿੰਕ ਹੋਰ ਹੁੰਦਾ ਜਿਹੜਾ ਗਾਰਾ ਚਲੇ। ਠੀਕ ਹੈ। ਤੇ ਮੈਂ ਫਿਰ ਕੀ ਕਰਦਾ, ਮਰਦਾ ਕੀ ਨਾ ਕਰਦਾ, ਫਿਰ ਮੈਂ ਇਹ ਚੀਜ਼ਾਂ ਛੱਡ ਦਿੱਤੀਆਂ। ਇਹ ਚੀਜ਼ਾਂ ਛੱਡਣ ਤੋਂ ਬਾਅਦ ਫਿਰ ਜਦੋਂ ਮੈਂ ਥੋੜਾ ਜਿਹਾ ਹੋਰ ਅੱਗੇ ਵਧੇ, ਤੁਸੀਂ ਹੈਰਾਨ ਹੋਵੋਗੇ ਸਾਨੂੰ ਰੋਜ਼ਾਨਾ ਦੀ ਬੁਨਿਆਦ ਤੇ ਨਾ 15 ਤੋਂ 20 ਪੱਤੇ ਜ਼ਰੂਰ ਖਾਣੇ ਚਾਹੀਦੇ ਨੇ। ਨਿੰਮ ਦੇ ਖਾ ਲਓ, ਬੋੜ ਦੇ ਖਾ ਲਓ, ਪਿੱਪਲ ਦੇ ਖਾ ਲਓ, ਅਮਰੂਦ ਦੇ ਖਾ ਲਓ। ਉਹ ਪਿੱਪਲ ਦੇ ਤੇ ਬੋੜ ਦੇ ਤਾਂ ਬੜੇ ਬੜੇ ਹੁੰਦੇ ਪੱਤੇ ਆ, ਨਿੰਮ ਦੇ ਤੁਸੀਂ ਸਹੀ ਦੱਸਿਆ। ਨਿੰਮ ਸਭ ਤੋਂ ਤਰਿਆਕ ਹੈ। ਅੱਛਾ ਜੀ। ਨਿੰਮ ਨੂੰ ਕਿਹਾ ਜਾਂਦਾ ਹੈ ਗੋਲਡਨ ਟਰੀ। ਅੱਛਾ। ਕਿ ਇਹ ਨਾ ਸੋਨੇ ਵਾਲੀ ਹਾਲਤ ਹੈ ਇਹਦੀ। ਲੇਕਿਨ ਇਹ ਆ ਕਿ ਅਸੀਂ ਉਹ ਚੁੱਕੇ ਉਹਨਾਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਇੰਨੇ ਹੁੰਦੇ ਆ ਕਿ ਇਸ ਪਾਸੇ ਆਉਂਦੇ ਹੀ ਨਹੀਂ। ਤੁਸੀਂ ਹੁਣ ਮੇਰੇ ਕੋਲ ਪੈ ਨਹੀਂ ਕਿਚਨ ਵਿੱਚ ਨੇ, ਮੈਂ ਕੱਚੇ ਖਾ ਜਾਂਦਾ ਹੁਣ, ਪਹਿਲੇ ਤਾਂ ਘੋਟ ਕੇ ਪੀਂਦਾ ਸੀ ਨਾ। ਅਤੇ ਇਹ ਜਿੰਨੇ ਵੀ ਲੋਕ ਸ਼ੂਗਰ ਦੇ ਮਰੀਜ਼ ਨੇ ਉਹ 15 ਤੋਂ 20 ਪੱਤੇ ਰੋਜ਼ਾਨਾ ਨਿੰਮ ਦੇ ਖਾਣੇ ਸ਼ੁਰੂ ਕਰ ਦਿਓ। ਲਾ ਲਓ, ਆਲੂਦਗੀ ਬੜੀ, ਉਹਨਾਂ ਨੂੰ ਗਰਮ ਪਾਣੀ ਨਾਲ ਧੋ ਲਓ, ਉਸ ਤੋਂ ਬਾਅਦ ਉਹਨਾਂ ਨੂੰ ਚਬਾ ਲਓ। ਤੁਹਾਡੀ ਸ਼ੂਗਰ ਗਾਂਹ ਜਾਵੇ ਨਾ ਜਾਵੇ, ਮਤਲਬ ਪਿਛਾਂਹ ਆਵੇ ਨਾ ਆਵੇ, ਮਜ਼ੀਦ ਨਹੀਂ ਵਧੇਗੀ। ਅੱਛਾ। ਇਸ ਤੋਂ ਇਲਾਵਾ ਕੁਝ ਗੱਲਾਂ ਫਿਰ ਮੈਂ ਹੋਰ ਪੜ੍ਹੀਆਂ, ਮੈਨੂੰ ਥੋੜ੍ਹੀ ਜਿਹੀ ਪ੍ਰੀ ਡਾਇਬਟੀਜ਼ ਵੀ ਆ ਗਈ ਮੇਰੀ ਸਟੇਜ। ਅੱਛਾ। ਅਤੇ ਉਹਦੇ ਵਿੱਚ ਫਿਰ ਮੈਂ ਇਹ ਪੜ੍ਹਿਆ ਕਿ ਅਗਰ ਤੁਹਾਡਾ ਜਿਸਮ ਦਾ ਜਿਹੜਾ ਮਾਸ ਆ ਨਾ, ਗੋਸ਼ਤ ਆ, ਇਹ ਸ਼ੂਗਰ ਨੂੰ ਅਬਜ਼ੌਰਬ ਯਾਨੀ ਖਾਂਦਾ ਨਹੀਂ, ਲੇਕਿਨ ਅਗਰ ਤੁਹਾਡੇ ਮਸਲ ਬਣ ਜਾਣਗੇ ਨਾ, ਮਸਲ ਖਾਸ ਤੌਰ 'ਤੇ ਪਿੰਨੀਆਂ ਦੇ ਮਸਲ ਬਣੇ ਹੋਣਗੇ, ਅਤੇ ਇਹ ਤੁਹਾਡੀ ਸ਼ੂਗਰ ਨੂੰ ਰੋਕਣ 'ਚ ਮੁਦਾਫੀਅਤ ਪੈਦਾ ਕਰ। ਅੱਛਾ। ਇਹ ਚੀਜ਼ਾਂ ਸਾਨੂੰ ਐਲੋਪੈਥੀ ਦੇ ਡਾਕਟਰ ਨਹੀਂ ਦੱਸਦੇ। ਇਹ ਡੌਲੇ ਜਿਹੜੇ ਤੁਸੀਂ ਦੱਸੇ ਤੇ ਚਲੋ ਬੰਦਾ ਵਰਜ਼ਸ਼ ਕਰਕੇ ਬਣਾ ਲੈਂਦਾ। ਔਰ ਸਭ ਤੋਂ ਪਿੰਡਲੀਆਂ ਦਾ ਇਹ ਹੈ ਕਿ ਇਸ ਤਰ੍ਹਾਂ ਖਲੋ ਕੇ ਨਾ, ਤੇ ਇਸ ਤਰ੍ਹਾਂ ਜਿੱਦਾਂ ਵਰਜ਼ਸ਼, ਪਿੰਡਲੀ ਨੂੰ ਚੁੱਕੋ ਥੱਲੇ ਰੱਖੋ, ਚੁੱਕੋ ਥੱਲੇ ਰੱਖੋ। ਅੱਛਾ, ਉਹ ਇਹ ਪੱਬ ਭਾਰ ਬੰਦਾ, ਪੱਬਾ ਭਾਰ ਅੱਡੀ ਲਾਓ ਤੇ ਫਿਰ ਪੱਬ ਚੁੱਕੋ, ਇਸੇ ਤਰ੍ਹਾਂ ਪੱਬਾਂ ਭਾਰ ਤੁਰੋ। ਅੱਛਾ ਜੀ। ਤੇ ਪਿੰਡਲੀ ਤੁਹਾਡੀ ਜਿਹੜੀ ਆ ਤਗੜੀ ਮਜ਼ਬੂਤ ਰਹੇਗੀ। ਮਜ਼ਬੂਤ ਰਹੇਗੀ, ਪਿੰਡਲੀ ਮਜ਼ਬੂਤ ਹੋ ਜਾਏਗੀ ਤੇ ਸਮਝੋ ਤੁਹਾਡੀ ਸ਼ੂਗਰ ਕੰਟਰੋਲ ਹੋ ਜਾਏਗੀ। ਠੀਕ ਹੈ। ਅੱਛਾ, ਹੁਣ ਇਹ ਜਿਹੜਾ ਸਾਰਾ ਨਿਸਾਬ ਆ ਨਾ, ਇਹ ਜਿਹੜਾ ਸਿਲੇਬਸ ਆ, ਇਹ ਆਉਂਦਾ ਹੀ ਅਮਰੀਕਾ ਤੋਂ ਆ। ਠੀਕ ਹੈ। ਅਮਰੀਕਾ ਦੇ ਵਿੱਚ ਵੱਡੇ ਵੱਡੇ ਅਦਾਰੇ ਨੇ, ਫਰਮਾਂ ਨੇ, ਉਹ ਇਹ ਗੱਲਾਂ ਬਾਹਰ ਜਾਣ ਨਹੀਂ ਦਿੰਦੇ। ਕਿਉਂਕਿ ਦੇਖੋ ਨਾ, ਤੁਸੀਂ ਇੱਕ ਹਕੀਮ ਕੋ ਗਏ, ਉਹਨੇ ਤੁਹਾਨੂੰ ਦਵਾਈ ਦੀ ਬਜਾਏ ਆਖਿਆ ਤੂੰ ਇੰਨੀ ਵਰਜ਼ਿਸ਼ ਕਰਨੀ ਆ, ਇੰਨਾ ਤੂੰ ਫਿਰਨਾ ਹੈ, ਇਹ ਪਿੰਡਲੀ ਮਜ਼ਬੂਤ ਕਰਨੀ ਆ,
ਚੀਨੀ ਦੀ ਜਗ੍ਹਾ ਗੁੜ ਖਾਣਾ ਹੈ, ਫਲਾਣੀ ਜਗ੍ਹਾ ਇਹ ਚੀਜ਼ ਕਰ ਦੇਣੀ ਆ, ਤੇ ਤੁਸੀਂ ਤਾਂ ਫਿਰ ਦੁਬਾਰਾ ਉਹਦੇ ਕੋਲ ਨਹੀਂ ਜਾਓਗੇ। ਤੇ ਤੁਸੀਂ ਡਾਕਟਰ ਦੇ ਕੋਲ ਜੇਕਰ ਜਾ ਰਹੇ ਹੋ ਤੇ ਤਬੀਅਤ, ਫਿਰ ਤੁਸੀਂ ਹਰ 15 ਦਿਨ ਬਾਅਦ ਉਹ ਕੋਈ ਗੋਲੀ ਘਟਾਏਗਾ, ਕੋਈ ਵਧਾਏਗਾ। ਤੇ ਇਹ ਸਾਰੀ ਕਹਾਣੀ ਹੈ, ਇਹ ਸਾਰਾ ਸਿਲਸਿਲਾ ਅੱਛਾ, ਹੈ। ਇਹ ਤੁਸੀਂ ਇਹ ਇੱਕ ਗੱਲ, ਜਿੱਦਾਂ ਨੰਗੇ ਪੈਰੀ ਜ਼ਰੂਰ ਫਿਰਨਾ, ਇਸੇ ਤਰ੍ਹਾਂ ਧੁੱਪੇ। ਅੱਛਾ, ਧੁੱਪ ਤੋਂ ਮੁਰਾਦ ਮੇਰੀ ਇਹ ਨਹੀਂ ਕਿ ਚਿੱਟੀ ਧੁੱਪ, ਤੁਸੀਂ ਕਿਸੇ ਦਰਖਤ ਦੇ ਥੱਲੇ ਬਹਿ ਸਕਦੇ ਹੋ। ਅੱਛਾ, ਮਤਲਬ ਤੁਹਾਨੂੰ ਸਿਰਫ ਸੇਕਾ ਆ ਰਿਹਾ ਹੋਵੇ, ਨਹੀਂ ਸ਼ਾਮ ਦੀ ਧੁੱਪ ਦਾ ਕਾਬਲੇ ਸ਼ਾਮ ਦੀ ਬਰਦਾਸ਼ਤ ਧੁੱਪ, ਹੁੰਦੀ ਹੈ ਹਾਂ, ਨਾ। ਉਹਦੇ ਵਿੱਚ ਜ਼ਰੂਰ ਫਿਰ। ਠੀਕ ਹੈ, ਤੁਸੀਂ ਇੱਕ ਵਾਰ ਇਹ ਦੱਸਿਆ ਸੀ ਕਿ ਵਿਟਾਮਿਨ ਡੀ ਜਿਹੜੇ ਸਿਰਫ ਧੁੱਪ 'ਚ ਹੀ ਹੈ। ਅਸਲ ਦੇ ਵਿੱਚ ਤੇ ਧੁੱਪ 'ਚ ਹੀ ਆ, ਬਹੁਤ ਘੱਟ ਖੁਰਾਕ ਹੈ ਜਿਹਦੇ ਵਿੱਚ ਪਾਇਆ ਜਾਂਦਾ। ਦੇਖੋ ਨਾ, ਇਹ ਕੁਦਰਤ ਦਾ ਨਿਜ਼ਾਮ ਹੈ। ਅੱਛਾ, ਇਹਨਾਂ ਗੱਲਾਂ ਦੀ ਵਿਟਾਮਿਨ ਡੀ ਦੀ ਚੋਰੀ ਜਾਂ ਲੁਕਾਉਣ ਦੀ ਇੱਕ ਹੋਰ ਵਜ੍ਹਾ ਹੋਈ ਆ। ਉਹ ਇਹ ਆ ਕਿ ਜਿਨ੍ਹਾਂ ਜਿਹੜੇ ਤਰੱਕੀ ਯਾਫਤਾ ਮੁਲਕ ਨੇ, ਬਰਤਾਨੀਆ ਜਾਂ ਯੂਰਪ ਵਾਲੇ, ਉੱਥੇ ਧੁੱਪ ਹੈ ਹੀ ਨਹੀਂ ਜੀ। ਜਿਹੜੀ ਚੀਜ਼ ਉਹਨਾਂ ਕੋਲ ਨਹੀਂ ਹੈ, ਇਸ ਲਈ ਫਿਰ ਉਸ ਚੀਜ਼ ਨੂੰ ਬਾਹਰ ਹੀ ਨਹੀਂ ਕੱਢਦੇ। ਡਾਕਟਰ ਸਾਹਿਬ, ਤੁਸੀਂ ਇੱਕ ਗੱਲ ਇਹ ਵੀ ਦੱਸੀ ਹੈ ਕਿ ਜਦੋਂ ਤੁਸੀਂ ਵਾਕ ਕਰਨੀ ਹੈ, ਐਕਸਰਸਾਈਜ਼ ਕਰਨੀ ਹੈ, ਤੇ ਤੁਸੀਂ ਦੱਸਿਆ ਕਿ ਪੈਰ ਵੀ ਨੰਗੇ ਹੋਣ ਨਾਲ, ਤੁਸੀਂ ਦੱਸਿਆ ਕਿ ਬਾਜ਼ੂ ਵੀ ਅੱਧੇ ਨੰਗੇ ਹੋਣੇ ਚਾਹੀਦੇ। ਅਗਰ ਬਨੈਨ ਵੀ ਉਤਾਰ ਲਓ ਤਾਂ ਹੋਰ ਬਿਹਤਰ ਹੈ। ਅਗਰ ਕੋਈ ਐਸੀ ਜਗ੍ਹਾ ਸਮਝਦੇ ਤਾਂ ਫਿਰ ਮਾਯੂਬ ਨਹੀਂ, ਮਤਲਬ ਬਗੈਰ ਬਾਜ਼ੂ ਤੋਂ ਬਨੈਨ ਪਾ ਲਓ। ਅੱਛਾ, ਤੇ ਹੁਣ ਤੁਸੀਂ ਇਹ ਦੱਸੋ ਕਿ ਜਿਗਰ ਦੀ ਜਿਹੜੀ ਤੁਹਾਡੀ ਸੂਰਤ ਹਾਲ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਨਿੰਮ ਦੇ ਪੱਤੇ ਦੇ ਪੀਪਲ ਦੇ ਤੇ, ਹਾਂ ਜੀ, ਉਹਦੇ ਵਿੱਚ ਹੁਣ ਮੈਂ ਇੰਨੇ ਯੋਗਾ ਜ਼ਰੂਰ ਹੋ ਗਏ ਹੈ ਕਿ ਮੈਂ ਜਿਹੜਾ ਮੈਨੂੰ ਐਸਿਡਿਟੀ ਹੋ ਜਾਂਦੀ ਸੀ, ਡਕਾਰ ਆਉਂਦੇ ਸੀ ਖੱਟੇ, ਯੂਰਿਕ ਐਸਿਡ ਵਾਲੇ ਪਾਸੇ, ਨਾਖੂਨ ਮੇਰੇ ਖਰਾਬ ਹੋਣੇ, ਮੈਨੂੰ ਫੰਗਸ ਹੋ ਜਾਂਦਾ ਸੀ, ਉਹ ਸਾਰਾ ਕੁਝ ਜਾਂਦਾ ਰਿਹਾ। ਅੱਛਾ, ਤੇ ਮੈਂ ਤੁਰਦਾ ਫਿਰਦਾ ਵਾਂ, ਇੰਜੋਏ ਕਰਦਾ ਵਾਂ ਇਹਨਾਂ ਚੀਜ਼ਾਂ ਨੂੰ। ਤੇ ਹੁਣ ਜਿੱਦਾਂ ਤੁਸੀਂ ਇੰਟਰਵਿਊ ਕਰ ਰਹੇ ਹੋ, ਲੋਕਾਂ ਨੂੰ ਸਮਝਾਉਣਾ ਵਾ ਉਲਟਾ ਕਿ ਯਾਰ ਇਹ ਨਾ ਕਰੋ, ਇਹ ਨਾ ਕਰੋ, ਇਹ ਕਰੋ। ਮਸਲਨ ਚਾਹ ਜਿਹੜੀ ਆ, ਹੁਣ ਤੁਸੀਂ ਆਏ ਹੋ, ਮੈਂ ਤੁਹਾਨੂੰ ਪੁੱਛਾਂਗਾ ਵੀ ਇਸ ਤੋਂ ਨਹੀਂ ਕਿ ਅਸੀਂ ਘਰ ਦੇ ਵਿੱਚ ਸੁੱਟ ਦਿੱਤੀ ਹੈ ਜੀ। ਚਾਹੇ ਅਗਰ ਤੁਸੀਂ ਬਹੁਤ ਨਾਗੁਜ਼ੀਰ ਸਮਝ, ਮਸਲਨ ਦੇਖੋ ਨਾ, ਤਸੱਵਰ ਆ। ਤਸੱਵਰ ਕੀ ਆ ਕਿ ਸਾਨੂੰ ਫੋੜਾ ਨਿਕਲਦਾ ਹੈ, ਫੋੜਾ ਨਿਕਲਦਾ, ਅਸੀਂ ਪਰੇਸ਼ਾਨ ਹੁੰਦੇ ਹਾਂ। ਹੁਣ ਅੱਜ ਤੋਂ ਬਾਅਦ ਅਗਰ ਤੁਹਾਨੂੰ ਫੋੜਾ ਨਿਕਲ ਗਿਆ, ਜਿਹੜੀ ਮੈਂ ਗੱਲ ਦੱਸਣ ਲੱਗਾ, ਹਾਂਜੀ, ਤੇ ਇਹ ਤੁਸੀਂ ਖੁਸ਼ ਹੋਵੋਗੇ ਕਿ ਜਿਸਮ ਦਾ ਜਿੰਨਾ ਗੰਦਾ ਖੂਨ ਹੁੰਦਾ, ਇੱਕ ਜਗ੍ਹਾ ਤੇ ਇਕੱਠਾ ਹੋ ਜਾਂਦਾ। ਹਾਂਜੀ, ਉਹਦੀ ਐਂਟੀਬਾਇਓਟਿਕ ਨਾ ਖਾਓ, ਉਹਨੂੰ ਟਕੋਰ ਕਰੋ, ਉਹਦੇ ਉੱਤੇ ਗਰਮ ਚੀਜ਼ਾਂ ਲਾਓ ਤਾਂ ਕਿ ਉਹ ਫਿਸੇ, ਉਹਦਾ ਮਵਾਦ ਗੰਦ ਬਾਹਰ ਨਿਕਲੇ। ਤੇ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਨੇਚਰ ਦਾ ਕਿ ਉਹ ਤੁਹਾਡਾ ਗੰਦਾ ਖੂਨ ਜਿਹੜਾ ਸੀ, ਜਿਸਮ ਸ਼ਫਾਸਤ ਖੂਨ, ਉਹ ਨਿਕਲ ਗਿਆ। ਇਸੇ ਤਰ੍ਹਾਂ ਬੁਖਾਰ ਹੈ, ਬੁਖਾਰ ਹੁੰਦਾ ਅਸੀਂ ਫੌਰਨ ਦੌੜ ਪੈਂਦੇ ਹਾਂ, ਖਾਂਸੀ ਨਜ਼ਲਾ ਹੋ ਗਿਆ ਅਸੀਂ ਦੌੜ ਪੈਂਦੇ ਹਾਂ। ਹੁਣ ਜੇ ਤੁਹਾਨੂੰ ਹੋਵੇ ਨਾ, ਤੇ ਹਫਤਾ ਪੂਰਾ ਖੱਟੀ ਚੀਜ਼ ਦਾ ਪਰਹੇਜ਼ ਕਰੋ, ਨੀਮ ਗਰਮ ਪਾਣੀ ਪੀਓ, ਕਹਿਵਾ ਪੀਓ, ਤੇ ਸ਼ੁਕਰਗੁਜ਼ਾਰ ਹੋਵੋ ਕੁਦਰਤ ਦੇ ਕਿ ਉਹ ਤੁਹਾਡਾ ਫਾਲਤੂ ਮਾਦੇ ਜਿਹੜੇ ਸੀ, ਫਾਸਦ ਮਾਦੇ, ਉਹ ਤੁਹਾਡੇ ਜਿਸਮ ਵਿੱਚੋਂ ਨਿਕਲ ਰਹੇ ਨੇ। ਇਸੇ ਤਰ੍ਹਾਂ ਜਦੋਂ ਬੁਖਾਰ ਤੁਹਾਨੂੰ 3-4 ਦਿਨ ਰਹਿੰਦਾ ਹੈ, ਉਹ ਤੁਹਾਡੇ ਜਿਸਮ 'ਚ ਜਿਹੜੇ ਬੈਕਟੀਰੀਆ ਜਾਂ ਜਰਾਸੀਮ ਨੁਕਸਾਨਦੇ ਨੇ, ਉਹ ਉਹਨਾਂ ਨੂੰ ਮਾਰਦਾ ਹੈ। ਜੀ ਜੀ। ਹੁਣ ਦੇਖੋ, ਸੂਰਤ ਹਾਲ ਹੀ ਬਦਲ ਗਈ ਜੀ। ਪਹਿਲੇ ਬੋੜਾ ਨਿਕਲੇ, ਅਸੀਂ ਉਹ ਫੌਰਨ ਅਸੀਂ ਐਂਟੀਬਾਇਓਟਿਕ, ਖੁਦਾ ਦਾ ਨਾਂ ਜੀ ਨਾ ਖਾਓ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਮਨੱਵਰ ਸਾਬਰ ਸਾਹਿਬ, ਮਾਸ਼ਾਅੱਲਾ, ਪੰਜਾਬ ਯੂਨੀਵਰਸਿਟੀ ਪ੍ਰੋਫੈਸਰ। ਹੁਣ ਮੈਂ ਜਦੋਂ ਇਹਨਾਂ ਦੇ ਘਰ ਆਇਆ ਤੇ ਇਹ ਜਿਸ ਹਾਲਤ 'ਚ ਹੈ ਸੀ, ਮੈਂ ਤੁਹਾਨੂੰ ਵੀਡੀਓ ਨੇ ਨਹੀਂ ਦਿਖਾ ਸਕਦਾ, ਮੈਂ ਵੀਡੀਓ ਬਣਾਈ ਵੀ ਨਹੀਂ, ਫੋਟੋ ਵੀ ਨਹੀਂ ਬਣਾਈ। ਤੇ ਇਹਨਾਂ ਨੇ ਲੁੰਗੀ ਬੰਨੀ ਹੋਈ ਸੀ ਤੇ ਬਸ, ਬਾਕੀ ਹੋਰ ਕੁਝ ਨਹੀਂ ਸੀ। ਤੇ ਡਾਕਟਰ ਸਾਹਿਬ, ਮੈਂ ਧੁੱਪੇ ਫਿਰ ਰਿਹਾ ਸੀ। ਹਾਂ, ਧੁੱਪੇ ਫਿਰ ਰਿਹਾ ਸੀ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ।